ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ। ਫਿਰ ਪਾਛੈ ਪਛਤਾਓਗੇ, ਪ੍ਰਾਣ ਜਾਹੇਂਗੇ ਛੂਟ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੇ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, आप ले हो तुम कथा सुधारी। आप ले हो तुम कथा सुधारी। गुरु रूप सन्मानयोग साध संगत जी, ਗੁਰਬਾਣੀ ਦੇ ਵਿਚਾਰ ਨੂੰ ਆਰੰਭ ਕਰਨ ਤੋਂ ਪ੍ਰਥਮ ਪਿਆਰ ਅਦਬ ਤੇ ਸਤਿਕਾਰ ਸਹਿਤ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਫਤਿਹ ਨੂੰ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਪਾਵਨ ਸ਼੍ਰੀ ਮੁਖਵਾਕ ਸਾਹਿਬ ਹੈ, ਇਹ ਵਾਕ ਰਾਗ ਧਨਾਸਰੀ ਦੇ ਵਿੱਚ 679 ਅੰਗ ਤੋਂ ਆਰੰਭ ਹੋ ਕੇ 680 ਅੰਗ ਤੇ ਸੰਪੂਰਨ ਹੋ ਜਾਂਦਾ ਹੈ। ਇਸ ਪਾਵਨ ਸ਼ਬਦ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਸੂਰਬੀਰ ਯੋਧੇ ਦੀ ਗੱਲ ਕੀਤੀ ਹੈ, ਜਿਹੜਾ ਕਿ ਸਾਡੇ ਖਿਆਲਾਂ ਤੋਂ, ਸਾਡੀ ਸਮਝ ਤੋਂ, ਜਿਸ ਦੀ ਰੂਪ ਰੇਖਾ ਆਮ ਤੌਰ 'ਤੇ ਬੜੀ ਦੂਰ ਆ। ਕਿਉਂਕਿ ਜਦੋਂ ਹੀ ਅਸੀਂ ਇਹ ਸ਼ਬਦ ਸੁਣਦੇ ਹਾਂ ਸੂਰਾ, ਸੂਰਮਾ, ਯੋਧਾ, ਉਦੋਂ ਦਿਮਾਗ ਦੇ ਵਿੱਚ ਇੱਕ ਤਸਵੀਰ ਬਣਦੀ ਹੈ ਸਾਡੇ ਕਿ ਕੋਈ ਬਹੁਤ ਵੱਡਾ ਬਲੀ ਹੋਵੇਗਾ ਜਿਸ ਨੇ ਸ਼ਸਤਰ ਧਾਰਨ ਕੀਤੇ ਹੋਣਗੇ, ਹੱਥ ਦੇ ਵਿੱਚ ਕੋਈ ਹਥਿਆਰ ਫੜਿਆ ਹੋਵੇ, ਸ਼ਸਤਰ ਕੋਈ, ਉਹੀ ਸੂਰਮਾ ਹੋਵੇਗਾ। ਸੂਰਮੇ ਦੀ ਜਿਹੜੀ ਰੂਪ ਰੇਖਾ ਜਾਂ ਪਰਿਭਾਸ਼ਾ ਸਾਡੇ ਦਿਮਾਗ ਵਿੱਚ ਬਣੀ ਹੋਈ ਆ, ਉਹ ਇਹੀ ਆ ਕਿ ਬਹੁਤ ਉੱਚਾ ਲੰਮਾ ਯੋਧਾ, ਘੋੜੇ 'ਤੇ ਸਵਾਰ, ਹੱਥ ਵਿੱਚ ਸ਼ਮਸ਼ੀਰ ਫੜੀ ਹੋਵੇ, ਮੋਢਿਆਂ 'ਤੇ ਢਾਲ ਟੰਗੀ ਹੋਵੇ, ਕਵਚ ਪਹਿਨਿਆ ਹੋਵੇ ਅਤੇ ਜੰਗ ਦੇ ਮੈਦਾਨ ਦੇ ਵਿੱਚ ਖੜ੍ਹਾ ਹੈ। ਇਹ ਸਾਡੇ ਅੰਦਰ ਤਸਵੀਰ ਬਣਦੀ ਆ ਜਦੋਂ ਅਸੀਂ ਸੂਰਮਾ ਸ਼ਬਦ ਸੁਣਦੇ ਹਾਂ, ਜਾਂ ਅੱਗੇ ਹੋ ਕੇ ਯੁੱਧ ਕਰਨ ਵਾਲਾ, ਦੇਸ਼ ਕੌਮ ਦੀ ਖਾਤਰ, ਜਾਂ ਇਹ ਪਰਿਭਾਸ਼ਾ ਸਾਡੇ ਅੰਦਰ। ਪਰ ਗੁਰੂ ਸਾਹਿਬ ਜੀ ਨੇ ਥੋੜ੍ਹੀ ਹਟ ਕੇ ਸੂਰਮੇ ਯੋਧੇ ਦੀ ਪਰਿਭਾਸ਼ਾ ਦਿੱਤੀ ਆ, ਅਤੇ ਆਓ ਆਪਾਂ ਇਸ ਨੂੰ ਹੀ ਸਮਝਣਾ ਹੈ ਕਿ ਗੁਰੂ ਸਾਹਿਬ ਜੀ ਦੀ ਨਿਗਾਹ ਦੇ ਵਿੱਚ ਕੌਣ ਯੋਧਾ ਹੈ, ਕੌਣ ਸੂਰਮਾ ਹੈ। ਧਨਾਸਰੀ ਮਹੱਲਾ ਪੰਜਵਾ। ਰਾਗ ਧਨਾਸਰੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦਾ ਇਹ ਫਰਮਾਨ ਹੈ, ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਹੈ, ਸੋ ਕਹੀਅਤ ਹੈ ਸੂਰਾ।
ਆਤਮ ਜਿਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਗੁਰੂ ਅਰਜਨ ਦੇਵ ਜੀ ਕਹਿੰਦੇ ਕਿ ਇਸ ਯੁੱਗ ਦੇ ਅੰਦਰ, ਇਸ ਦੁਨੀਆ ਦੇ ਅੰਦਰ ਜਿਹਨੂੰ ਪ੍ਰੇਮ ਵਾਲਾ ਰੰਗ, ਨਾਮ ਵਾਲਾ ਰੰਗ ਲੱਗ ਗਿਆ, ਸੋ ਕਹੀਅਤ ਹੈ ਸੂਰਾ। ਉਹਨੂੰ ਹੀ ਯੋਧਾ ਕਹੋ, ਉਹਨੂੰ ਹੀ ਸੂਰਮਾ ਆਖੋ, ਉਹਨੂੰ ਹੀ ਇਸ ਤਰ੍ਹਾਂ ਕਹਿਣਾ ਬਣਦਾ ਹੈ ਕਿ ਇਹ ਅਸਲ ਸੂਰਮਾ ਯੋਧਾ ਬਲੀ ਮਹਾਬਲੀ ਹੈ, ਜਿਹਨੇ ਸੰਸਾਰ ਵਿੱਚ ਆ ਕੇ ਵਾਹਿਗੁਰੂ ਦੇ ਨਾਮ ਦੇ ਨਾਲ ਪ੍ਰੀਤ ਬਣਾਈ ਆ, ਜਿਹਦੇ ਕੋਲ ਉਹਦੇ ਨਾਮ ਤੋਂ ਬਿਨਾਂ ਹੋਰ ਕੋਈ ਕਥਾ ਕਹਾਣੀ ਨਹੀਂ, ਜਿਹਨੇ ਆਪਣੇ ਆਪ ਨੂੰ ਪਛਾਣ ਲਿਆ, ਜਿਹਨੂੰ ਰੱਬ ਦਾ ਸ਼ੌਂਕ ਹੈ ਜਿਹਦੇ ਦਿਲ 'ਚ, ਉਹੀ ਅਸਲ ਸੂਰਮਾ ਹੈ। ਇਹ ਸ਼ੌਂਕ ਨੇ ਕੀਤਾ ਕੀ ਆ? ਆਤਮ ਜਿਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਉਸ ਇਨਸਾਨ ਨੇ ਫਿਰ ਆਪਦੇ ਮਨ ਨੂੰ ਜਿਣੈ ਜਿੱਤ ਲਿਆ ਹੈ। ਸਾਰੇ ਵਿਕਾਰ, ਪੰਜੇ ਵਿਕਾਰ ਵਸ 'ਚ ਕਰ ਲਏ ਨੇ। ਐਸੇ ਹੀ ਗੁਰਸਿੱਖ ਦੇ ਸਤਿਗੁਰ ਪੂਰੇ ਨੇ, ਜਿਹਨੇ ਮਨ ਨੂੰ ਵਸ ਕਰ ਲਿਆ। ਮਨ ਰਿਪ ਜੀਤੇ ਸਭ ਰਿਪ ਜੀਤੇ, ਮਨ ਰਿਪ ਜੀਤੇ ਸਭ ਰਿਪ ਜੀਤੇ। ਜੇ ਮਨ ਰੂਪੀ ਦੁਸ਼ਮਣ ਜਿਉਂਦਾ, ਭਾਵੇਂ ਤੁਹਾਡੇ ਸਾਰੇ ਦੁਸ਼ਮਣ ਮਰ ਗਏ ਆ, ਪਰ ਫਿਰ ਵੀ ਅਸਲ ਦੁਸ਼ਮਣ ਤੁਹਾਡਾ ਹਜੇ ਜਿਉਂਦਾ ਹੀ ਆ। ਜੇ ਮਨ ਰੂਪੀ ਦੁਸ਼ਮਣ ਮਰ ਗਿਆ ਤਾਂ ਸਮਝ ਲੈਣਾ ਸਾਰੇ ਦੁਸ਼ਮਣ ਤੁਹਾਡੇ ਮਰ ਗਏ ਨੇ। ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਹੈ, ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਪੂਰੇ ਸਤਿਗੁਰੂ ਦੀ ਕਿਰਪਾ ਦੇ ਦੁਆਰਾ ਹੀ ਇਹ ਬੇਕਾਬੂ ਹੋਇਆ ਮਨ, ਇਹਦੀਆਂ ਲਗਾਮਾਂ ਮੇਰੇ ਹੱਥ ਵਿੱਚ ਆਈਆਂ ਨੇ। ਇਹ ਬੇਕਾਬੂ ਹੋਇਆ ਮਨ ਜਿਹੜਾ ਵੱਸ 'ਚ ਆਇਆ ਹੈ, ਇਹ ਬੇਕਾਬੂ ਹੋਈਆਂ ਮਾੜੀਆਂ ਆਦਤਾਂ ਤੋਂ ਛੁਟਕਾਰਾ ਮਿਲ ਗਿਆ। ਜਾ ਕਾ ਸਤਿਗੁਰ ਪੂਰਾ। ਪੂਰੇ ਸਤਿਗੁਰੂ ਨਾਲ ਮਿਲਾਪ ਕਰਕੇ ਹੀ ਐਸੇ ਗੁਰਸਿੱਖ ਨੇ ਮਨ ਨੂੰ ਜਿਣ ਲਿਆ, ਮਨ ਨੂੰ ਜਿੱਤ ਲਿਆ, ਮਨ 'ਤੇ ਫਤਿਹ ਪਾਲੀ, ਮਨ ਨੂੰ ਮਾਰ ਦਿੱਤਾ, ਮਨ ਦਾ ਖਾਤਮਾ ਕਰਕੇ ਵਾਹਿਗੁਰੂ ਦੇ ਨਾਮ ਨਾਲ ਜੁੜ ਗਿਆ ਹੈ। ਠਾਕੁਰ ਗਾਈਐ ਆਤਮ ਰੰਗ। ਐਸੇ ਪ੍ਰੀਤਮ ਦੇ ਗੁਣ ਗਾਓ, ਜਿਹਨੂੰ ਗਾ ਕੇ ਤੇ ਆਤਮਾ ਜਿਹੜੀ ਆ ਰੰਗੀ ਜਾਂਦੀ ਆ। ਸਰਣੀ ਪਾਵਨ ਨਾਮ ਤੇ ਆਵਣ। ਉਹਦੀ ਸ਼ਰਣੀ ਪੈ ਕੇ, ਨਾਮ ਤੇ ਆ ਕੇ ਸਹਿਜ ਸਮਾਵਣ ਸੰਗ। ਜ਼ਿੰਦਗੀ ਬੜੀ ਸਹਿਜ ਹੋ ਜਾਂਦੀ ਆ ਉਹਦੀ ਸ਼ਰਣੀ ਪੈ ਕੇ, ਉਹਦੀ ਬੰਦਗੀ ਵਾਲਾ ਸ਼ੌਂਕ ਪਾ ਕੇ, ਉਸ ਪ੍ਰੀਤਮ ਦੇ ਬਾਰੇ ਵਿੱਚ ਵਿਚਾਰਾਂ ਸੁਣ ਕੇ, ਆਪਣੇ ਅੰਦਰੋਂ ਤਾਤ ਪਰਾਈ ਛੱਡ ਕੇ, ਆਪਣੇ ਆਪ ਨੂੰ ਜਾਣ ਕੇ, ਰੱਬ ਦੀ ਚਾਹ ਦਿਲ 'ਚ ਰੱਖ ਕੇ, ਉਹ ਪਿਆਰੇ ਤੋਂ ਸਦਕੇ ਜਾ ਕੇ ਜ਼ਿੰਦਗੀ ਬੜੀ ਸਹਿਜ ਹੋ ਜਾਂਦੀ ਆ। ਜਨ ਕੇ ਚਰਨ ਵਸਹਿ ਮੇਰੇ ਹੀਅਰੈ। ਸੰਗਤ ਵਿੱਚ ਜਦੋਂ ਆਈਦਾ, ਵਾਹਿਗੁਰੂ ਦੀ ਬਾਣੀ, ਉਹਦਾ ਸ਼ਬਦ, ਕੀਰਤਨ, ਕਥਾ ਹਿਰਦੇ 'ਚ ਵਸ ਜਾਂਦੀ ਆ। ਸੰਗ ਪ੍ਰਣੀਤਾ ਦੇਹੀ। ਦੇਹ ਵੀ ਫਿਰ ਚੰਗੀ ਹੋ ਜਾਂਦੀ ਆ, ਪਨੀਤ ਹੋ ਜਾਂਦੀ ਆ, ਪਵਿੱਤਰ ਹੋ ਜਾਂਦੀ ਆ। ਮਨ ਤਾਂ ਪਵਿੱਤਰ ਹੁੰਦਾ ਹੀ ਆ, ਸਰੀਰ ਵੀ ਪਵਿੱਤਰ ਹੋ ਜਾਂਦਾ ਹੈ। ਜਨ ਕੀ ਧੂੜ। ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ। ਦੇਹੋ ਕਿਰਪਾ ਨਿਧ। ਹੇ ਵਾਹਿਗੁਰੂ ਜੀ ਮੈਨੂੰ ਬਖਸ਼ ਦੇਵੋ। ਨਾਨਕ ਕਹਿ ਸੁਖ ਇਹੀ।
ਗੁਰੂ ਅਰਜਨ ਦੇਵ ਜੀ ਕਹਿੰਦੇ, ਮੇਰੇ ਲਈ ਇਹੀ ਵੱਡਾ ਸੌਖਾ, ਮੇਰੇ ਲਈ ਇਹੀ ਸਭ ਕੁਝ ਆ ਕਿ ਮੈਨੂੰ ਬਸ ਆਪਣੀ ਸੰਗਤ ਦਿਓ ਤੇ ਮੈਂ ਜੋ ਤੁਹਾਡੇ ਦਰਗਾਹੋਂ ਬਖਸ਼ੇ ਹੋਏ ਰੱਬ ਦੇ ਪਿਆਰੇ ਆ, ਮੈਂ ਉਹਨਾਂ ਤੋਂ ਸਦਕੇ ਜਾਵਾਂ, ਉਹਨਾਂ ਤੋਂ ਵਾਰਿਆ ਵਾਰਿਆ ਜਾਵਾਂ, ਟੋਟੇ ਹੋ ਕੇ ਕੁਰਬਾਨ ਜਾਵਾਂ। ਦੁਨੀਆ ਨੂੰ ਤਾਰਦੇ ਹੋਏ ਗੁਰੂ ਨਾਨਕ ਸਾਹਿਬ ਜੀ ਇੱਕ ਰਿਖੀ ਕੋਲ ਪਹੁੰਚਦੇ ਆ, ਜਿਹੜਾ ਕਿ ਬਹੁਤ ਸਿਆਣਾ ਸੀ, ਪਰ ਪਿਛਲੇ ਜਨਮਾਂ ਕਰਕੇ ਜੋ ਤੋਂ ਗਲਤੀਆਂ ਹੋਈਆਂ ਉਸ ਕਰਕੇ ਬੜੀਆਂ ਜੂਨਾਂ ਉਹਨੇ ਭੋਗੀਆਂ ਸੀ। ਭਾਈ ਮਰਦਾਨਾ ਜੀ ਉਸ ਰਿਖੀ ਦੇ ਕੋਲ ਬਹਿੰਦੇ ਆ, ਉਹ ਤੋਂ ਪੁੱਛਦੇ ਨੇ ਰਿਖੀ ਜੀ ਕਿ ਆਪ ਜੀ ਇਸ ਤਰ੍ਹਾਂ ਦਾ ਜੀਵਨ ਆਪ ਜੀ ਨੇ ਪਾਲਿਆ, ਹੁਣ ਪਹਿਲਾਂ ਆਪ ਜੀ ਆਖ ਰਹੇ ਹੋ ਕਿ ਬੜੀਆਂ ਮੈਂ ਜੂਨਾਂ ਵਿੱਚੋਂ ਹੋ ਗੁਜ਼ਰਿਆ, ਆਪ ਜੀ ਨੂੰ ਕਿਵੇਂ ਪਤਾ ਹੈ, ਯਕੀਨ ਕਿਵੇਂ ਆ ਕਿ ਇੰਨੀਆਂ ਜੂਨਾਂ ਤੁਸੀਂ ਭੋਗ ਚੁੱਕੇ ਹੋ, ਤੁਹਾਨੂੰ ਕਿਵੇਂ ਯਾਦ ਆ ਇਹ ਸਭ ਕੁਝ, ਪਿਛਲਾ ਜਨਮ, ਉਹਦੇ ਸੰਸਕਾਰ ਕਿਵੇਂ ਯਾਦ ਆ। ਫਿਰ ਉਹ ਕਹਿਣ ਲੱਗਾ, ਭਾਈ ਸਾਹਿਬ ਜੀ ਤੁਸੀਂ ਗੁਰੂ ਨਾਨਕ ਜੀ ਦੇ ਅਨੰਨ ਸੇਵਕ ਹੋ, ਮੈਂ ਤੁਹਾਨੂੰ ਆਪਣੇ ਜੀਵਨ ਦੀ ਗਾਥਾ ਸੁਣਾਉਣਾ, ਤੁਹਾਨੂੰ ਪਤਾ ਲੱਗੇਗਾ ਕਿ ਇਨਸਾਨ ਤੋਂ ਕਈ ਵਾਰ ਹੋਈਆਂ ਗਲਤੀਆਂ ਉਹਦੇ ਕਰਕੇ ਮੁੜ ਮੁੜ ਇਸ ਧਰਤੀ 'ਤੇ ਆਉਣਾ ਪੈਂਦਾ, ਮੁੜ ਮੁੜ ਜਨਮ ਲੈਣਾ ਪੈਂਦਾ, ਜਦੋਂ ਇਨਸਾਨ ਤੋਂ ਊਣਤਾਈਆਂ ਹੋ ਜਾਂਦੀਆਂ ਨੇ। ਜਦੋਂ ਮੇਰਾ ਪਿਛਲਾ ਜਨਮ ਸੀ ਤਾਂ ਉਸ ਸਮੇਂ ਮੈਂ ਸ਼ਿਵ ਨੂੰ ਮੰਨਣ ਵਾਲਾ ਸੀ, ਸ਼ਿਵ ਦਾ ਉਪਾਸ਼ਕ ਸੀ। ਜਿਹੜਾ ਮੰਦਿਰ ਬਣਿਆ ਸੀ ਉੱਥੇ ਸ਼ਿਵ ਦਾ, ਤੇ ਉਹਦੇ ਵਿੱਚ ਮੈਂ ਜਾਂਦਾ ਸੀ। ਸਾਡੇ ਲਾਗੇ ਹੀ ਇੱਕ ਬ੍ਰਾਹਮਣ ਸੀ, ਪੰਡਿਤ ਸੀ, ਜਿਹਨੂੰ ਵਿੱਦਿਆ ਬਹੁਤ ਆਉਂਦੀ ਸੀ। ਮੈਂ ਉਹਨੂੰ ਗੁਰੂ ਧਾਰਿਆ ਆਪਣਾ, ਪਰ ਉਸਨੇ ਮੈਨੂੰ ਵਿਸ਼ਨੂੰ ਦੇ ਨਾਲ ਜੋੜਿਆ। ਅਸਲ ਦੇ ਵਿੱਚ ਜਦੋਂ ਵੀ ਮੈਂ ਉਹਦੇ ਕੋਲ ਜਾਣਾ ਤੇ ਉਹਨੇ ਮੈਨੂੰ, ਵਿਸ਼ਨੂੰ ਭਗਤ ਸੀ ਉਹ, ਤੇ ਵਿਸ਼ਨੂੰ ਦੇ ਨਾਲ ਜੋੜਨ ਦਾ ਯਤਨ ਕੀਤਾ ਤੇ ਮੈਨੂੰ ਉਹਦੇ 'ਤੇ ਬਹੁਤ ਜ਼ਿਆਦਾ ਕ੍ਰੋਧ ਆਇਆ ਇਸ ਗੱਲ ਤੋਂ। ਇੱਕ ਦਿਨ ਮੈਂ ਬੈਠਾ ਸੀ ਤੇ ਮੇਰਾ ਗੁਰੂ ਜਦੋਂ ਆਇਆ, ਉਹਨੂੰ ਵੇਖ ਕੇ ਮੈਂ ਪਲੰਘ ਦੇ ਉੱਪਰੋਂ ਉੱਠਿਆ ਨਹੀਂ। ਇਸ ਤਰ੍ਹਾਂ ਮੈਂ ਉਹਦਾ ਅਨਾਦਰ ਕੀਤਾ, ਜਿਸ ਨੂੰ ਮੈਂ ਗੁਰੂ ਬਣਾਇਆ ਉਹਦਾ ਸਤਿਕਾਰ ਨਹੀਂ ਕੀਤਾ, ਪਲੰਘ ਤੋਂ ਉੱਠਿਆ ਨਹੀਂ। ਇਸ ਤਰ੍ਹਾਂ ਹੀ ਮੰਦਿਰ ਵਿੱਚ ਹੋਇਆ, ਜਦੋਂ ਮੇਰਾ ਗੁਰੂ ਚੱਲ ਕੇ ਆਇਆ ਮੈਂ ਉਹਨੂੰ ਵੇਖ ਕੇ ਉੱਠਿਆ ਨਹੀਂ, ਉਹਦਾ ਸਵਾਗਤ ਨਹੀਂ ਕੀਤਾ, ਆਦਰ ਨਹੀਂ ਕੀਤਾ, ਜਿਸ ਕਰਕੇ ਮੰਦਿਰ ਦੇ ਵਿੱਚੋਂ ਹੀ ਆਵਾਜ਼ ਆਈ ਸ਼ਿਵ ਦੀ ਕਿ ਹੇ ਮੂਰਖ ਮਨੁੱਖ, ਤੂੰ ਮੇਰਾ ਉਪਾਸਕ ਬਣਨਾ ਚਾਹੁੰਦਾ ਹੈ, ਪਰ ਤੂੰ ਤਾਂ ਆਪਣੇ ਗੁਰੂ ਦਾ ਆਦਰ ਨਹੀਂ ਕਰਦਾ, ਆਪਣੇ ਉਸਤਾਦ ਦਾ। ਹੁਣ ਤੈਨੂੰ ਬਹੁਤ ਜੂਨਾਂ ਵਿੱਚ ਭਟਕਣਾ ਪਵੇਗਾ। ਉਦੋਂ ਮੇਰੇ ਫਿਰ ਗੁਰੂ ਨੇ ਹੀ ਆਖਿਆ, ਬੇਨਤੀ ਕੀਤੀ ਮੇਰੇ ਲਈ ਕਿ ਇਸ ਤਰ੍ਹਾਂ ਨਾ ਕਰੋ, ਇਹ ਭੋਲੇ ਭਾਏ ਵਿੱਚ ਇੱਦਾਂ ਕਰਦਾ। ਫਿਰ ਉਦੋਂ ਮੈਨੂੰ ਇਹ ਵਰ ਵੀ ਮਿਲ ਗਿਆ ਨਾਲ ਪਰਮਾਤਮਾ ਵੱਲੋਂ ਕਿ ਮੈਨੂੰ ਸਾਰੀਆਂ ਜੂਨਾਂ ਯਾਦ ਰਹਿਣਗੀਆਂ, ਜਿਨ੍ਹਾਂ ਵਿੱਚ ਵੀ ਮੈਂ ਜਾਊਂਗਾ। ਹੌਲੀ ਹੌਲੀ ਫਿਰ ਇਸ ਤਰ੍ਹਾਂ ਜੀਵਨ ਜਿਹੜਾ ਹੈ ਬਹੁਤ ਜੂਨਾਂ ਵਿੱਚੋਂ ਦੀ ਗੁਜ਼ਰਿਆ। ਮੁੜ ਕੇ ਫਿਰ ਮੈਂ ਮਨੁੱਖ ਬਣਿਆ ਤੇ ਅੱਜ ਤੁਹਾਡੇ ਸਾਹਮਣੇ ਆ। ਇਸ ਤਰ੍ਹਾਂ ਜਦੋਂ ਸਿਰਖੀ ਨੇ ਭਾਈ ਮਰਦਾਨਾ ਜੀ ਨੂੰ ਆਪਣੀ ਕਹਾਣੀ ਦੱਸੀ ਕਿ ਆਪਦੇ ਗੁਰੂ ਦਾ ਸਤਿਕਾਰ ਨਾ ਕਰਨ ਕਰਕੇ ਹੀ, ਆਪਦੇ ਗੁਰੂ ਨੂੰ ਵੇਖ ਕੇ ਮੈਂ ਪਲੰਘ 'ਤੇ ਬੈਠਾ ਰਿਹਾ, ਗੁਰੂ ਮੇਰਾ ਆਇਆ ਪਰ ਮੈਂ ਆਪਦਾ ਮੰਜਾ ਨਹੀਂ ਛੱਡਿਆ, ਮੈਂ ਆਪਦੀ ਆਕੜ ਵਿੱਚ ਉੱਥੇ ਬੈਠਾ ਸੀ ਕਿ ਇਹ ਹੁਣ ਗੁਰੂ ਤੋਂ ਮੈਂ ਵੱਡਾ ਹੋ ਗਿਆ। ਬਸ ਇਸੇ ਗਲਤੀਆਂ ਕਰਕੇ ਮੈਂ ਬਹੁਤ ਵਾਰ ਜਨਮ ਲਿਆ ਤੇ ਬਹੁਤ ਵਾਰ ਮਰਿਆ। ਜਿੰਨੀ ਵਾਰ ਜਨਮ ਲਿਆ ਓਨੇ ਮੈਨੂੰ ਰੋਗ ਲੱਗੇ ਆ, ਪੀੜਾ ਹੋਈ ਆ, ਫਿਰ ਮੈਂ ਮਰ ਗਿਆ, ਫਿਰ ਜਨਮ ਹੋਇਆ, ਫਿਰ ਮੇਰੇ ਸੁਪਨੇ ਟੁੱਟੇ ਆ, ਫਿਰ ਜਨਮ ਹੋ ਗਿਆ। ਤਾਂ ਇਹ ਸਿਲਸਿਲਾ ਬਹੁਤ ਲੰਮੇ ਸਮੇਂ ਤੋਂ ਚੱਲ ਰਿਹਾ। ਹੁਣ ਗੁਰੂ ਨਾਨਕ ਸਾਹਿਬ ਜੀ ਤੁਸੀਂ ਆ ਗਏ ਹੋ, ਹੁਣ ਮੈਂ ਆਪਣਾ ਮਸਤਕ ਤੁਹਾਡੇ ਚਰਨਾਂ 'ਤੇ ਰੱਖਦਾ। ਹੁਣ ਇਹ ਮੈਨੂੰ ਛੁੱਟੀ ਬਖਸ਼ੋ ਇਸ ਜਨਮ ਮਰਨ ਤੋਂ।
बहुत जन्म बिछरे थे माधो, ये जन्म तुम्हारे लेखे। बहुत जन्म हो गए मैनू इस तरह करदिਆਂ ਨੂੰ। बहुत बार मैं बड़ा कुछ बनया, बड़ा कुछ ढिया, खत्म होया, ਹੁਣ नहीं मैं होण देना चाहुंदा, आप जी किरपा करो। इस तरह वो जिहड़ा काक भुसुंड रिखी आ बहुत सूझवान सियाणा सी, पर पिछलियां ऊणताइयां करके ਇਹ ਉਹਨੇ ਜੂਨਾਂ ਵਿੱਚ ਭਟ ਗਿਆ। ਤੇ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਨੂੰ ਉਹਨੇ ਆਖਿਆ, ਜ਼ਿੰਦਗੀ ਵਿੱਚ ਜੋ ਮਨੁੱਖ ਆਪਣੇ ਗੁਰੂ ਦਾ ਸਤਿਕਾਰ ਨਹੀਂ ਕਰਦੇ, ਆਪਦੇ ਤੋਂ ਵੱਡਿਆਂ ਦਾ ਸਤਿਕਾਰ ਨਹੀਂ ਕਰਦੇ, ਉਹਨਾਂ ਨੂੰ ਬਹੁਤ ਦੁੱਖ ਮਿਲਦਾ। ਉਹ ਦੁੱਖ ਕਿਹੜਾ ਹੈ? ਜਨਮ ਤੇ ਮਰਨ ਵਾਲਾ। ਵੈਸੇ ਵੱਡਿਆਂ ਦਾ ਸਤਿਕਾਰ ਕਰਨਾ ਹਰ ਇੱਕ ਦਾ ਫਰਜ਼ ਆ। ਚੰਗੇ ਮਨੁੱਖ ਇਸ ਤਰ੍ਹਾਂ ਹੀ ਕਰਦੇ ਆ। ਵੱਡਿਆਂ ਨੂੰ ਵੇਖ ਕੇ ਖੜ੍ਹੇ ਹੋਣਾ, ਕੁਰਸੀ ਛੱਡਣੀ, ਪਲੰਘ ਛੱਡਣਾ, ਵੱਡਿਆਂ ਨੂੰ ਵੇਖ ਕੇ ਹੱਥ ਜੋੜ ਕੇ ਫਤਿਹ ਬੁਲਾਉਣੀ, ਆਪਣੇ ਤੋਂ ਵੱਡਿਆਂ ਨੂੰ ਜਦੋਂ ਉਹ ਬੋਲਣ 'ਤੇ ਧਿਆਨ ਨਾਲ ਸੁਣਨਾ, ਆਪਣੇ ਤੋਂ ਵੱਡਿਆਂ ਨੂੰ ਜਦੋਂ ਕੋਈ ਵੀ ਆਵੇ ਮਹਿਮਾਨ ਨਿਵਾਜੀ ਕਰਨੀ, ਆਪਣੇ ਤੋਂ ਵੱਡਿਆਂ ਨੂੰ ਇਸ ਤਰ੍ਹਾਂ ਤੇ ਸਿਰ ਵਾਲੇ ਪਾਸੇ ਸਿਰਹਾਣੇ ਵਾਲੇ ਪਾਸੇ ਬਿਠਾਉਣਾ, ਆਪ ਪੈਂਦ ਵਾਲੇ ਪਾਸੇ ਬਹਿਣਾ, ਇਹ ਸਾਰੇ ਗੁਣ ਜਦੋਂ ਟਕਸਾਲ ਦੇ ਵਿੱਚ ਵਿਦਿਆਰਥੀ ਜਾਂਦੇ ਪੜ੍ਹਨ ਉਦੋਂ ਸਿਖਾਏ ਜਾਂਦੇ ਆ, ਜਾਂ ਚੰਗੇ ਉਸਤਾਦ ਉਹਨਾਂ ਨੂੰ ਸਿੱਖਿਆ ਦਿੰਦੇ ਆ ਇਸ ਤਰ੍ਹਾਂ ਦੀ। ਜਦੋਂ ਕੋਈ ਤੁਹਾਡੇ ਘਰ ਵਿੱਚ ਆਉਂਦਾ, ਉਹਨੂੰ ਗੇਟ ਤੱਕ ਛੱਡ ਕੇ ਆਉਣਾ, ਉਹਨੂੰ ਕਮਰੇ 'ਚੋਂ ਬੈਠਿਆਂ ਨੇ ਨਹੀਂ ਕਹਿ ਦੇਣਾ ਕਿ ਜਾਓ ਜੀ, ਇੱਥੇ ਤੁਹਾਡੇ ਘਰ ਦਾ ਦਰਵਾਜ਼ਾ ਮੇਨ ਗੇਟ ਆ, ਉੱਥੇ ਤੱਕ ਛੱਡ ਕੇ ਆਉਣਾ ਉਹਨੂੰ, ਅਤੇ ਆਇਆਂ ਦੀ ਖੂਬ ਖਾਤਰਦਾਰੀ ਕਰਨੀ, ਪ੍ਰਸ਼ਾਦਾ ਪਾਣੀ ਪੁੱਛਣਾ। ਤਾਂ ਇਹ ਚੰਗੇ ਮਨੁੱਖ ਦੇ ਗੁਣ ਆ ਜਾਂਦੇ ਆ। ਕਿਸੇ ਦੀ ਗੱਲ ਨੂੰ ਪੂਰਾ ਸੁਣਨਾ, ਵਿੱਚੋਂ ਨਾ ਕੱਟਣਾ, ਇਹ ਚੰਗੀ ਗੱਲਬਾਤ ਹੁੰਦੀ ਆ। ਅਤੇ ਉਹ ਰਿਖੀ ਨੇ ਆਖਿਆ, ਭਾਈ ਮਰਦਾਨਾ ਜੀ, ਬਸ ਮੈਂ ਆਪਦੇ ਗੁਰੂ ਨੂੰ ਵੇਖ ਕੇ ਪਲੰਘ ਨਹੀਂ ਛੱਡਿਆ, ਮੈਂ ਆਕੜ 'ਚ ਹੀ ਬੈਠਾ ਰਿਹਾ, ਉਹਦੇ ਕਰਕੇ ਮੁੜ ਮੁੜ ਜੰਮਿਆ, ਮੁੜ ਮੁੜ ਮਰਿਆ। ਹੁਣ ਇਸ ਵਾਰ ਨਹੀਂ, ਹੁਣ ਮੈਂ ਇਸ ਜਨਮ ਵਿੱਚ ਪੂਰਾ ਆਦਰ ਕੀਤਾ ਆਪਣੇ ਗੁਰੂ ਦਾ, ਗੁਰੂ ਨਾਨਕ ਜੀ ਦਾ। ਇਸ ਵਾਰ ਮੈਂ ਉਹਦੀਆਂ ਹੀ ਗੱਲਾਂ ਕੀਤੀਆਂ ਇਸ ਜਨਮ ਦੇ ਵਿੱਚ। ਜਿਵੇਂ ਕਹਿੰਦੇ ਕਿ ਸਾਡੀ ਮਹਿਫਲ ਦੇ ਵਿੱਚ ਭਾਈ ਨੰਦ ਲਾਲ ਜੀ ਦੀ ਗਜ਼ਲ ਹੈ, ਪ੍ਰੀਤਮ ਦੇ ਬਿਨਾਂ ਹੋਰ ਕਿਸੇ ਦੀ ਕਥਾ ਕਹਾਣੀ ਨਹੀਂ ਹੁੰਦੀ, ਤਾਤ ਪਰਾਈ ਛੱਡ ਦੇ ਬੰਦਿਆ, ਆਪਣੇ ਆਪ ਨੂੰ ਜਾਣ। ਜੋ ਵੀ ਆਪਣੇ ਆਪ ਨੂੰ ਜਾਣ ਲੈਂਦਾ ਹੈ ਉਹ ਰੱਬ ਤੋਂ ਓਪਰਾ ਨਹੀਂ, ਬਗਾਨਾ ਨਹੀਂ। ਰੱਬ ਦਾ ਸ਼ੌਂਕ ਜਾਂ ਆਧਾਰ ਕਾਬਾ ਜਾਂ ਮੰਦਰ ਨਹੀਂ, ਜਿੱਥੇ ਤੂੰ ਹੈ ਬੰਦਿਆ ਉਹ ਹਰ ਜਗ੍ਹਾ ਹੀ ਆ। ਰੱਬ ਦੇ ਸ਼ੌਂਕ ਦਾ ਆਧਾਰ ਕਾਬਾ ਜਾਂ ਮੰਦਰ ਹੀ ਨਹੀਂ, ਕੇਵਲ ਗੁਰਦੁਆਰਾ ਹੀ ਨਹੀਂ, ਉਹ ਹਰ ਜਗ੍ਹਾ ਹੀ ਆ। ਇਹ ਉਹ ਸਿੱਖਿਆ ਦੇ ਕੇਂਦਰ ਆ ਜਿੱਥੇ ਸਿਰਫ ਤੁਹਾਨੂੰ ਸਿੱਖਿਆ ਮਿਲਦੀ ਹੈ ਕਿ ਹਰ ਜਗ੍ਹਾ ਰੱਬ ਹੈ। ਜੇ ਕਿਸੇ ਨੂੰ ਰੱਬ ਦੀ ਚਾਹ ਹੈ, ਉਹੀ ਬੰਦਾ ਤਾਂ ਦਿਲ ਦਾ ਸਾਹਿਬ ਆ। ਉਹ ਬੰਦਾ ਅਸਲ ਦੌਲਤਮੰਦ ਆ ਜਿਹਨੂੰ ਰੱਬ ਦਾ ਸ਼ੌਂਕ ਆ। ਇਹ ਕੰਮ ਨਾ ਕੋਈ ਚਲਾਕ ਮਨੁੱਖ ਕਰ ਸਕਦਾ ਹੈ, ਨਾ ਕੋਈ ਦੀਵਾਨਾ ਕਰ ਸਕਦਾ ਜਿਹੜਾ ਸਿਰਫ ਗਜ਼ਲਾਂ ਹੀ ਲਿਖੀ ਜਾਂਦਾ। ਦੀਵਾਨਾ ਕਹਿੰਦੇ ਆ ਗਜ਼ਲਾਂ ਲਿਖਣ ਵਾਲੇ ਨੂੰ, ਜਿਹੜਾ ਗਜ਼ਲਾਂ ਹੀ ਲਿਖੀ ਜਾਂਦਾ। ਭਾਈ ਨੰਦ ਲਾਲ ਜੀ ਖੁਦ ਗਜ਼ਲਾਂ ਲਿਖਦੇ ਸੀ ਤਾਂ ਲਿਖ ਰਹੇ ਆ। ਇਹ ਕੰਮ ਨਾ ਕਿਸੇ ਚਲਾਕ ਮਨੁੱਖ ਤੋਂ ਹੋ ਸਕਦਾ, ਨਾ ਉਹ ਜਿਹੜਾ ਸਿਰਫ ਗਜ਼ਲਾਂ ਹੀ ਲਿਖੀ ਜਾਂਦਾ। ਉਹ ਆਪਣੇ ਆਪ ਨੂੰ ਕਹਿ ਰਹੇ ਆ, ਇਸ ਸ਼ੌਂਕ ਨੂੰ ਰੱਬ ਦੇ ਪਿਆਰਿਆਂ ਤੋਂ ਮੰਗ, ਕਿਉਂਕਿ ਉਹਨਾਂ ਦੀ ਜਾਨ ਦੇ ਵਿੱਚ ਸਿਵਾਏ ਪਿਆਰੇ ਦੇ ਮੁਖੜੇ ਦੇ ਨਕਸ਼ੇ ਤੋਂ ਹੋਰ ਕੁਝ ਵੀ ਨਹੀਂ ਹੈਗਾ। ਇਹ ਸ਼ੌਂਕ ਰੱਬ ਦੇ ਪਿਆਰਿਆਂ ਕੋਲ ਆ। ਉਹਨਾਂ ਦੀ ਜਾਨ ਵਿੱਚ ਜੇ ਨਕਸ਼ਾ ਵੀ ਆ, ਉਹਨਾਂ ਦੇ ਦਿਲ ਨੂੰ ਚੀਰ ਕੇ ਨਕਸ਼ਾ ਵੀ ਕੱਢਿਆ ਜਾਵੇ, ਉਹ ਬੰਦਗੀ ਹੋਈ ਆ। ਪਿਆਰੇ ਦੇ ਮੁਖੜੇ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਉੱਥੇ। ਸਾਡੀ ਮਹਿਫਲ ਦੇ ਵਿੱਚ ਰੱਬ ਤੋਂ ਬਿਨਾਂ ਦੂਜੀ ਕੋਈ ਗੱਲ ਨਹੀਂ ਹੁੰਦੀ, ਹੋਰ ਕੋਈ ਕਹਾਣੀ, ਹੋਰ ਕੋਈ ਬਾਤ ਨਹੀਂ ਹੁੰਦੀ, ਉਹਦਾ ਹੀ ਜ਼ਿਕਰ ਹੁੰਦਾ। ਇਸ ਕਰਕੇ ਜੋ ਕਹਿ ਰਹੇ ਆ, ਰਿਖੀ ਨੇ ਆਖਿਆ, ਭਾਈ ਮਰਦਾਨਾ ਜੀ, ਪਹਿਲਾਂ ਵਾਲਾ ਮੇਰਾ ਜੀਵਨ ਕੁਝ ਹੋਰ ਸੀ, ਹੁਣ ਜਦੋਂ ਤੁਸੀਂ ਆਏ ਹੋ ਉਦੋਂ ਮੈਂ ਰੱਬ ਦੀਆਂ ਗੱਲਾਂ ਕਰ ਰਿਹਾ ਸੀ ਹੋਰਾਂ ਸਾਧੂਆਂ ਨਾਲ। ਹੁਣ ਜਦੋਂ ਤੁਸੀਂ ਆਏ ਹੋ ਉਦੋਂ ਤੁਸੀਂ ਮੈਨੂੰ ਰੱਬ ਦੀਆਂ ਗੱਲਾਂ ਕਹੀਆਂ। ਹੁਣ ਜਦੋਂ ਤੁਸੀਂ ਚਲੇ ਜਾਓਗੇ ਉਸ ਤੋਂ ਬਾਅਦ ਵੀ ਮੈਂ ਇਹੀ ਕਰਾਂਗਾ।
ਤਾਂ ਗੁਰੂ ਨਾਨਕ ਸਾਹਿਬ ਜੀ ਨੇ ਘੁੱਟ ਕੇ ਗਲਵੱਕੜੀ ਵਿੱਚ ਉਸ ਰਿਖੀ ਨੂੰ ਲਿਆ ਜਿਹਦਾ ਨਾਮ ਕਾਕ ਪਸੁੰਡ ਹੈ। ਬਹੁਤ ਪਿਆਰ ਦੇ ਨਾਲ ਕਹਿਣ ਲੱਗੇ, ਰਿਖੀ ਜੀ ਪਹਿਲਾਂ ਤੁਸੀਂ ਨਾਮ ਦੇ ਰਿਖੀ ਸੀ, ਹੁਣ ਤੁਸੀਂ ਸੱਚੀ ਰਿਖੀ ਬਣ ਗਏ। ਤਾਂ ਐਸਾ ਜੀਵਨ ਤੁਹਾਡਾ ਹੋ ਗਿਆ। ਹੁਣ ਤੁਸੀਂ ਸੱਚ ਦੇ ਪੁਜਾਰੀ ਹੋ। ਹੁਣ ਤੁਸੀਂ ਬਿਲਕੁਲ ਜਿਸ ਤਰ੍ਹਾਂ ਦਾ ਮਨੁੱਖ ਵਾਹਿਗੁਰੂ ਪਰਮੇਸ਼ਰ ਦਾ ਸੁਭਾਅ ਹੁੰਦਾ ਉਹ ਤੁਸੀਂ ਬਣਾ ਲਿਆ। ਹੁਣ ਨਹੀਂ ਤੁਸੀਂ ਵਾਰ-ਵਾਰ ਜਨਮੋਗੇ ਅਤੇ ਮਰੋਗੇ। ਆਪਦੇ ਗੁਰੂ ਦਾ ਨਿਰਾਦਰ ਕਰਨ ਕਰਕੇ ਹੀ, ਆਪਣੇ ਉਸਤਾਦ ਤੋਂ ਮੁੱਖ ਮੋੜਨ ਕਰਕੇ ਵਾਰ-ਵਾਰ ਜਨਮ ਲਿਆ। ਕਹਿਣ ਲੱਗੇ, ਇੱਕ ਵਾਰ ਮੈਂ ਸਤਿਗੁਰੂ ਜੀ ਕਾਂ ਦੀ ਜੂਨ ਵਿੱਚ ਵੀ ਪਿਆ ਅਤੇ ਉਹ ਜੂਨ ਦੇ ਵਿੱਚ ਮੈਨੂੰ ਬੜਾ ਦੁੱਖ ਲੱਗਾ। ਲੋਕ ਮੈਨੂੰ ਬਨੇਰਿਆਂ 'ਤੇ ਨਹੀਂ ਬਹਿਣ ਦਿੰਦੇ, ਉਡਾਉਂਦੇ ਸੀ। ਇਸ ਤਰ੍ਹਾਂ ਮੈਨੂੰ ਜੋ ਵੀ ਖਾਣਾ ਪਿਆ ਉਸ ਜੂਨ ਦੇ ਵਿੱਚ ਆ ਕੇ ਮਰੇ ਹੋਏ ਜੀਵ ਜਿਹੜੇ ਆ ਉਹਨਾਂ ਨਾਲ ਪ੍ਰੀਤ ਬਣ ਜਾਂਦੀ ਉਹ ਜੂਨ ਦੇ ਵਿੱਚ, ਦਿਮਾਗ ਉੱਦਾਂ ਦਾ ਹੋ ਜਾਂਦਾ ਅਤੇ ਮੈਨੂੰ ਜੂਠ ਖਾਣੀ ਪਈ ਲੋਕਾਂ ਦੀ। ਇਸ ਤਰ੍ਹਾਂ ਦਾ ਮੇਰਾ ਜੀਵਨ ਰਿਹਾ। ਪਰ ਹੁਣ ਤੁਸੀਂ ਮੈਨੂੰ ਮਿਲ ਗਏ ਹੋ ਅਤੇ ਜਿਸ ਕਰਕੇ ਮੇਰੀ ਜ਼ਿੰਦਗੀ ਬਦਲ ਗਈ, ਕਾਇਆ ਕਲਪ ਹੋ ਗਈ। ਤਾਂ ਜਨ ਕੇ ਚਰਨ ਵਸਹਿ ਮੇਰੇ ਹੀਅਰੈ, ਸੰਗ ਪ੍ਰਣੀਤਾ ਦੇ। ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਮੇਰੇ ਹਿਰਦੇ 'ਚ ਵਸੇ। ਇਹਦੇ ਨਾਲ ਦੇਹ ਪਨੀਤ ਹੁੰਦੀ ਆ। ਪਨੀਤ ਕਹਿੰਦੇ ਆ ਪਾਕ ਪਵਿੱਤਰ ਨੂੰ, ਸ਼ੁੱਧ ਨੂੰ। ਅਤੇ ਹੁਣ ਜਨ ਕੀ ਧੂੜ ਦੇਹੋ ਕਿਰਪਾ ਨਿਧ। ਹੁਣ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਮੈਨੂੰ ਮਿਲ ਜੇ, ਇਹੀ ਮੇਰੇ ਲਈ ਸੁੱਖ ਆ, ਇਹ ਮੇਰੇ ਲਈ ਸਭ ਕੁਝ ਆ। ਤਾਂ ਜਿਹੜੀ ਇਹ ਸਿੱਖਿਆ ਉਹ ਦੇ ਕੇ ਗਏ ਆ ਰਿਖੀ ਜੀ, ਵੱਡਿਆਂ ਦਾ ਸਤਿਕਾਰ ਕਰੋ। ਬਹੁਤ ਪੁਰਾਤਨ ਸਕੂਲ ਦੇ ਵਿੱਚ ਜਦੋਂ ਆਪਾਂ ਜਾਂਦੇ ਹਾਂ, ਪਾਠਸ਼ਾਲਾ ਵਿੱਚ ਗਏ ਹੋ ਤੁਸੀਂ ਸਾਰੇ, ਆਪਾਂ ਛੋਟੇ ਹੁੰਦੇ ਉੱਥੋਂ ਹੀ ਇਹ ਟੌਪਿਕ ਸ਼ੁਰੂ ਹੋ ਜਾਂਦਾ। ਕਈ ਵਾਰ ਤਾਂ ਸਕੂਲ ਦੇ ਵਿੱਚ ਵੱਡਾ ਕਰਕੇ ਲਿਖਿਆ ਹੁੰਦਾ, ਵੱਡਿਆਂ ਦਾ ਸਤਿਕਾਰ ਕਰੋ। ਵੱਡੇ ਵੱਡੇ ਅੱਖਰਾਂ ਵਿੱਚ ਕੰਧਾਂ 'ਤੇ ਲਿਖੀਆਂ ਹੁੰਦੀਆਂ ਗੱਲਾਂ, ਖੰਭਿਆਂ 'ਤੇ ਵੀ ਲਿਖੀਆਂ, ਕਿਸੇ ਕਿਸੇ ਪਿੰਡਾਂ ਵਿੱਚ ਜਾਈਏ ਚੰਗੀਆਂ ਗੱਲਾਂ ਲਿਖੀਆਂ ਹੋਈਆਂ। ਤਾਂ ਇਹ ਜਿਹੜੀਆਂ ਚੰਗੀਆਂ ਗੱਲਾਂ ਸਿਰਫ ਇਹ ਕੰਧਾਂ ਦੀ ਸ਼ਾਨ ਨਾ ਹੋਣ, ਖੰਭਿਆਂ ਦੀ ਸ਼ਾਨ ਨਾ ਹੋਣ, ਕਾਗਜ਼ਾਂ ਦੀ ਸ਼ਾਨ ਨਾ ਹੋਣ। ਬੰਦਿਆ ਤੂੰ ਇਹਨਾਂ ਗੱਲਾਂ ਨੂੰ ਆਪਦੇ ਵਿੱਚ ਲੈ ਕੇ ਜਾਂ ਤੂੰ ਇਹਨਾਂ 'ਚ ਸਮਾ ਜਾ ਜਾਂ ਇਹਨਾਂ ਨੂੰ ਆਪਦੇ ਵਿੱਚ ਲੈ ਆ, ਇਹਦੇ ਨਾਲ ਤੇਰਾ ਭਲਾ ਹੋਊਗਾ। ਜਿਹੜੇ ਬੰਦੇ ਆਪਣੇ ਤੋਂ ਵੱਡਿਆਂ ਦਾ ਸਤਿਕਾਰ ਨਹੀਂ ਕਰਦੇ, ਜੋ ਲੋਕ ਆਪਣੇ ਤੋਂ ਵੱਡਿਆਂ ਦਾ ਨਿਰਾਦਰ ਕਰਦੇ ਆ, ਉਹ ਵੱਡੇ ਭਾਵੇਂ ਜਿੰਨੇ ਮਰਜ਼ੀ ਬਣ ਜਾਣ, ਉਹ ਕੁਝ ਨਹੀਂ ਹੋ ਸਕਦੇ, ਕੁਝ ਵੀ ਨਹੀਂ ਬਣ ਸਕਦੇ। ਬਣ ਕੇ ਵੀ ਉਹ ਕੁਝ ਨਹੀਂ ਬਣਦੇ। ਜਿਵੇਂ ਕਿਹਾ ਜਾਂਦਾ, ਇੱਕ ਕਵਿਤਾ ਮੈਂ ਪੜ੍ਹ ਰਿਹਾ, ਬੜੀ ਸੋਹਣੀ ਸੀ। ਕਹਿੰਦੇ ਤੁਹਾਨੂੰ ਪਿਆਰ ਕਰਨ ਵਾਲੇ ਲੋਕ ਤੁਹਾਡੇ ਤੋਂ ਕਦੇ ਛੋਟੇ ਨਹੀਂ ਹੁੰਦੇ, ਉਹਨਾਂ ਨੂੰ ਕਦੇ ਵੱਡੇ ਹੋ ਕੇ ਨਾ ਮਿਲਣਾ। ਭਾਵੇਂ ਕੁਝ ਵੀ ਬਣ ਜਿਓ ਦੁਨੀਆ ਵਿੱਚ, ਇੱਕ ਆਪਦੇ ਮਾਂ ਪਿਓ ਨੂੰ, ਇੱਕ ਆਪਣੇ ਗੁਰੂ ਨੂੰ, ਅਤੇ ਕਦੇ ਵੱਡੇ ਹੋ ਕੇ ਨਾ ਮਿਲਿਓ। ਤੁਹਾਨੂੰ ਪਿਆਰ ਕਰਨ ਵਾਲੀਆਂ ਰੂਹਾਂ ਉਹ ਸਦਾ ਹੀ ਤੁਹਾਡੇ ਤੋਂ ਉੱਚੀਆਂ ਹੁੰਦੀਆਂ, ਤੁਸੀਂ ਉਹਨਾਂ ਤੋਂ ਉੱਚੇ ਨਹੀਂ ਹੋ ਸਕਦੇ। ਤੁਹਾਡਾ ਕੰਮ ਬਸ ਇੰਨਾ ਹੀ ਆ, ਉਹਨਾਂ ਨੂੰ ਪਿਆਰ ਦੇ ਨਾਲ ਵਿਚਰਨਾ, ਉਹਨਾਂ ਨਾਲ ਮੁਹੱਬਤ ਨਾਲ ਪੇਸ਼ ਹੋਣਾ, ਇਹੀ ਜ਼ਿੰਦਗੀ ਹੁੰਦੀ ਹੈ। ਗੁਰੂ ਸਾਹਿਬ ਵਾਰ-ਵਾਰ ਕਹੀ ਜਾਂਦੇ ਆ, ਨਿਮਰਤਾ ਨਿਮਰਤਾ ਨਿਮਰਤਾ, ਵਾਰ-ਵਾਰ ਕਹੀ ਜਾਂਦੇ। ਕਬੀਰ ਸਾਹਿਬ ਜੀ ਦੀ ਇੱਕ ਸਾਖੀ ਬਹੁਤ ਪਿਆਰੀ ਆ। ਕਬੀਰ ਸਾਹਿਬ ਜੀ ਕੋਲ ਕੋਈ ਸੱਜਣ ਆਇਆ ਚੱਲ ਕੇ, ਕਹਿਣ ਲੱਗੇ ਤੁਸੀਂ ਵਾਰ-ਵਾਰ ਹੀ ਕਹੀ ਜਾਂਦੇ ਹੋ ਕਿ ਨਿਮਰਤਾ ਹੋਣੀ ਜ਼ਰੂਰੀ ਆ। ਜਿਹੜੇ ਕੰਮ ਨਿਮਰਤਾ ਨਾ ਹੋ ਜਾਣ, ਉਹ ਕੰਮ ਕਦੇ ਵੀ ਹੋਰ ਤਰੀਕੇ ਨਾਲ ਨਹੀਂ ਹੋ ਸਕਦੇ। ਮੈਂ ਨਹੀਂ ਇਸ ਗੱਲ ਨੂੰ ਮੰਨਦਾ। ਨਹੀਂ ਮੰਨਦੇ ਹੁੰਦੇ ਸੰਸਾਰੀ ਲੋਕ। ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਇਹਨਾਂ ਦੀ ਜੇ ਕਿਸੇ ਨੇ ਦੋਸਤ ਬਣਨਾ ਕਿਸੇ ਦਾ, ਅਤੇ ਮੈਂ ਕਵੀ ਨੂੰ ਪੜ੍ਹ ਰਿਹਾ ਸੀ, ਉਹ ਕਹਿੰਦੇ 6 ਗੁਣ ਜਿਹੜੇ ਆ ਮਿਲਣੇ ਚਾਹੀਦੇ ਆ। ਬਹੁਤ ਅਨੁਭਵ ਵਾਲੇ ਕਵੀ ਆ। 6 ਗੁਣ ਤੁਹਾਡੇ ਮਿਲਣੇ ਚਾਹੀਦੇ ਆ। ਤੁਲਸੀਦਾਸ ਵੀ ਐਵੇਂ ਲਿਖਦੇ, 6 ਗੁਣ ਤੁਹਾਡੇ ਮਿਲਣਗੇ ਕਿਸੇ ਨਾਲ, ਫਿਰ ਤੁਸੀਂ ਉਹਦੇ ਦੋਸਤ ਬਣੋਗੇ। ਜੇ ਇੱਕ ਘਟ ਗਿਆ ਤੁਹਾਡੀ ਦੁਸ਼ਮਣੀ ਹੋ ਜੂਗੀ। 6 ਗੁਣਾਂ ਦੀ ਮੈਚਿੰਗ ਹੋਣੀ ਜ਼ਰੂਰੀ ਹੈ। ਜੇ ਤੁਹਾਡਾ ਕੋਈ ਦੋਸਤ ਆ, ਤੁਹਾਡੀਆਂ 6 ਗੱਲਾਂ ਉਹਦੇ ਨਾਲ ਮਿਲਦੀਆਂ ਹੋਣਗੀਆਂ। ਜਦੋਂ ਹੀ ਇੱਕ ਘਟ ਗਈ ਉਦੋਂ ਦੁਸ਼ਮਣੀ ਪੈਦਾ ਹੋਊਗੀ, ਜਾਂ ਪਿੱਛੇ ਉਹ ਹਟ ਜੂਗਾ, ਜਾਂ ਲਗਾਵ ਘਟ ਜੂਗਾ। 6 ਗੱਲਾਂ ਮੈਚ ਹੁੰਦੀਆਂ ਜਿਹਦੇ ਨਾਲ ਆਪਾਂ ਦੋਸਤ ਬਣਦੇ ਹਾਂ। ਸਭ ਤੋਂ ਵੱਡਾ ਗੁਣ ਤਾਂ ਇਹ ਮੈਚ ਹੋਣਾ ਚਾਹੀਦਾ, ਉਹ ਵੀ ਉਹਦਾ ਇਸ਼ਟ ਇੱਕ ਹੋਵੇ, ਤੁਹਾਡਾ ਇਸ਼ਟ ਇੱਕ ਹੋਵੇ।
ਸਭ ਤੋਂ ਵੱਡਾ ਗੁਣ ਤਾਂ ਇਹੀ ਆ, ਜਿਸ ਨੂੰ ਉਹ ਮੰਨੇ ਉਸ ਨੂੰ ਤੁਸੀਂ ਵੀ ਮੰਨਦੇ ਹੋਵੋ। ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਾ ਹੋਵੇ, ਤੁਸੀਂ ਵੀ ਉਹਨੂੰ ਮੰਨਣ ਵਾਲੇ ਹੋਵੋ, ਫਿਰ ਜ਼ਿਆਦਾ ਸੰਭਾਵਨਾ ਹੁੰਦੀ ਆ ਦੋਸਤੀ ਦੀ। ਹੋਰ ਵੀ ਕਈ ਗੱਲਾਂ ਇਹਦੇ ਵਿੱਚ ਐਡ ਆ, ਤਾਂ ਐਵੇਂ ਤਾਂ ਵਿੱਚ ਗੱਲ ਆ ਗਈ। ਕਬੀਰ ਸਾਹਿਬ ਜੀ ਕੋਲ ਉਹ ਆਇਆ ਚੱਲ ਕੇ, ਕਹਿਣ ਲੱਗਾ ਜੀ ਨਿਮਰਤਾ ਨਿਮਰਤਾ ਨਿਮਰਤਾ। ਇਹਦੇ ਨਾਲ ਕੀ ਹੋ ਜਾਂਦਾ, ਜਿਹੜੇ ਕੰਮ ਆਕੜ ਕੇ ਹੋਣੇ ਆ, ਰੋਹਬ ਪਾ ਕੇ ਹੋਣੇ ਆ, ਵੱਡਾ ਬਣ ਕੇ ਹੋਣੇ ਆ, ਉਹ ਨਿਮਰਤਾ ਨਾਲ ਕਿਵੇਂ ਹੋ ਜਾਣਗੇ। ਕਬੀਰ ਸਾਹਿਬ ਜੀ ਨੇ ਉਹਨੂੰ ਬਿਠਾਇਆ, ਕਹਿਣ ਲੱਗੇ ਇਸ ਤਰ੍ਹਾਂ ਨਹੀਂ ਹੁੰਦਾ। ਜਿਹੜੇ ਮਾਰਗ ਦੀ ਮੈਂ ਗੱਲ ਕਰਦਾ, ਜਿਸ ਮਾਰਗ ਦੀ ਸੱਚ ਦੀ, ਉੱਥੇ ਨਿਮਰਤਾ ਨਾਲ ਪਹੁੰਚਿਆ ਜਾਂਦਾ। ਫਿਰ ਉਹ ਕਹਿਣ ਲੱਗੇ ਕਿਵੇਂ, ਕੋਈ ਉਦਾਹਰਨ ਦਿਓ। ਫਿਰ ਉਹਨਾਂ ਬਹੁਤ ਸੋਹਣੀ ਉਦਾਹਰਨ ਦਿੱਤੀ ਆ। ਕਬੀਰ ਹਰ ਹੈ ਖਾਂਡ, ਹਰ ਹੈ ਖਾਂਡ ਸੁਣ ਕੇ ਤੁਹਾਨੂੰ ਸਮਝ ਆ ਜੂਗੀ। ਰੇਤ ਮੈਂ ਬਿਖਰੀ, ਹਰ ਹੈ ਖਾਂਡ, ਖੰਡ ਹੋਵੇ, ਖੰਡ ਦੇ ਦਾਣੇ ਹੋਣ। ਰੇਤ ਮੈਂ ਬਿਖਰੀ, ਰੇਤਾ ਦੇ ਵਿੱਚ ਹੋਵੇ, ਮਿਲਾ ਦਿਓ। ਹਾਥੀ ਚੁਣੀ ਨਾ ਜਾਏ, ਕੋਈ ਮਸਤੇ ਹੋਏ ਹਾਥੀ ਨੂੰ ਲੈ ਆਓ, ਉਹਨੂੰ ਕਹਿ ਦਿਓ ਲੈ ਉਹਨੂੰ ਵੱਖ-ਵੱਖ ਕਰ ਦੇ। ਰੇਤ ਤੇ ਖੰਡ ਹੁਣ ਤੁਸੀਂ ਪਲੇਟ 'ਚ ਪਾ ਕੇ ਉਹਨੂੰ ਦੇਤੀ ਰਲਾ ਕੇ, ਹਾਥੀ ਨੂੰ ਕਹਿਤਾ। ਹਾਥੀ ਕਿੱਡਾ ਵੱਡਾ ਹੁੰਦਾ, ਬੰਦੇ ਤੋਂ ਵੀ ਵੱਡਾ, ਤੇ ਉਹਨੂੰ ਕਹਿ ਦਿਓ ਹੁਣ ਤੂੰ ਉਹਨੂੰ ਅਲੱਗ-ਅਲੱਗ ਕਰ ਦੇ। ਉਹ ਨਹੀਂ ਕਰ ਸਕਦਾ। ਕਬੀਰ ਸਾਹਿਬ ਜੀ ਕਹਿੰਦੇ ਉਹ ਤੋਂ ਨਹੀਂ ਹੋਣਾ। ਕਹਿ ਕਬੀਰ ਗੁਰ ਭਲੀ ਬੁਝਾਈ, ਕੰਮ ਕੌਣ ਕਰੂਗਾ ਫਿਰ ਇਹ। ਕੀਟੀ ਹੋਏ ਕਹਿ ਖਾਏ, ਕੀਟੀ ਕਹਿੰਦੇ ਆ ਕੀੜੀ ਨੂੰ, ਚੀਟੀ ਵੀ ਕਹਿੰਦੇ ਆ ਕੀੜੀ ਨੂੰ। ਛੋਟੀ ਜੀ ਜਿਹੜੀ ਬਿਲਕੁਲ ਦੀਂਦੀ ਵੀ ਨਹੀਂ, ਪੈਰਾਂ ਥੱਲੇ ਆ ਕੇ ਖਤਮ ਹੋ ਜਾਂਦੀ ਆ ਇਨਸਾਨ ਦੇ, ਉਹ ਇਹ ਕੰਮ ਕਰੂਗੀ। ਉਹਨੇ ਇਹ ਕੰਮ ਕਰਨਾ ਤੇ ਉਹਦੇ ਅੱਗੇ ਤੁਸੀਂ ਰੱਖੋਗੇ, ਉਹ ਖੰਡ ਅਲੱਗ ਕਰ ਸਕਦੀ ਆ, ਰੇਤ ਪਿੱਛੇ ਪਈ ਰਹਿ ਜੂ ਅਲੱਗ। ਜਿਹੜਾ ਕੰਮ ਹਾਥੀ ਤੋਂ ਨਹੀਂ ਹੋਇਆ ਉਹ ਕੀੜੀ ਕਰ ਸਕਦੀ ਆ। ਕਹਿਣਾ ਕੀ ਚਾਹੁੰਦੇ ਆ, ਹਾਥੀ ਕੀੜੀ ਬਾਰੇ ਇੱਥੇ ਕੋਈ ਗੱਲ ਨਹੀਂ ਕਹਿ ਰਹੇ, ਉਹ ਨਿਮਰਤਾ ਤੇ ਹਉਮੈ ਬਾਰੇ ਕਹਿ ਰਹੇ। ਕੀੜੀ ਇੱਥੇ ਪ੍ਰਤੀਕ ਆ ਸਿਰਫ। ਇਉਂ ਲੱਗਦਾ ਕੀੜੀ ਦੀ ਗੱਲ ਹੋ ਰਹੀ ਹੈ, ਨਿਮਰਤਾ ਦੀ ਗੱਲ ਹੋ ਰਹੀ ਹੈ। ਇਉਂ ਲੱਗਦਾ ਹਾਥੀ ਦੀ ਗੱਲ ਹੋ ਰਹੀ, ਨਹੀਂ, ਹੰਕਾਰ ਦੀ ਗੱਲ ਹੋ ਰਹੀ ਹੈ। ਜਿਹੜੇ ਕੰਮ ਬੰਦਿਆ ਨਿਮਰਤਾ ਨਾਲ ਹੋ ਜਾਂਦੇ ਆ, ਉਹ ਕਦੇ ਵੀ ਹੰਕਾਰ ਨਾਲ ਨਹੀਂ ਹੋ ਸਕਦੇ। ਜਿਹੜੇ ਕੰਮ ਨੀਵੇਂ ਬਣ ਕੇ ਹੋਣੇ ਆ, ਉਹ ਕਦੇ ਵੀ ਉੱਚੇ ਬਣ ਕੇ ਨਹੀਂ ਹੋਇਆ ਕਰਦੇ। ਜਿਹੜਾ ਕੰਮ ਕੀੜੀ ਕਰ ਸਕਦੀ ਆ, ਉਹ ਹਾਥੀ ਨਹੀਂ ਕਰ ਸਕਦਾ। ਇਹ ਭਾਵੇਂ ਉਹਦਾ ਸਰੀਰ ਵੱਡਾ ਹੋਵੇਗਾ, ਪਰ ਕੀੜੀ ਵਾਲੇ ਗੁਣ ਜਿਹੜੇ, ਨਿਮਰਤਾ ਵਾਲੇ ਗੁਣ ਜਿਹੜੇ ਆ, ਉਹ ਮਸਤੇ ਹੋਏ ਹਾਥੀ ਤੋਂ ਚੰਗੇ ਹੁੰਦੇ ਆ। ਇਸ ਕਰਕੇ ਜਨ ਕੇ ਚਰਨ ਵਸੈ ਮੇਰੇ ਹੀਰੈ, ਸੰਗ ਪ੍ਰਣੀਤਾ ਦੇਹੀ। ਤੁਹਾਨੂੰ ਪਿਆਰ ਕਰਨ ਵਾਲੇ ਲੋਕ ਜਿਹੜੇ ਆ, ਉਹ ਤੁਹਾਡੇ ਤੋਂ ਛੋਟੇ ਨਹੀਂ ਹੁੰਦੇ, ਵੱਡੇ ਹੀ ਹੁੰਦੇ ਆ। ਉਹਨਾਂ ਨੂੰ ਕਦੇ ਵੱਡੇ ਹੋ ਕੇ ਨਾ ਮਿਲਿਓ। ਸਭ ਤੋਂ ਵੱਧ ਪਿਆਰ ਸਾਨੂੰ ਕੌਣ ਕਰਦਾ? ਵਾਹਿਗੁਰੂ, ਗੁਰੂ ਮਹਾਰਾਜ ਜੀ ਕਰਦੇ ਆ, ਸਾਡੇ ਮਾਂ ਪਿਓ ਕਰਦੇ ਆ, ਸਾਡੇ ਭੈਣ ਭਰਾ ਜਿਹੜੇ ਆ ਉਹ ਕਰਦੇ ਹੁੰਦੇ ਆ। ਪਰ ਅਸੀਂ ਉਹਨਾਂ ਨੂੰ ਵੱਡੇ ਹੋ ਕੇ ਨਹੀਂ ਮਿਲਣਾ। ਜਦੋਂ ਵੀ ਆਪਣੇ ਦੋਸਤ ਨੂੰ ਮਿਲੋ, ਹਮੇਸ਼ਾ ਆਪਣੇ ਆਪ ਨੂੰ ਛੋਟਾ ਸਮਝੋ। ਉਦੋਂ ਤੁਸੀਂ ਵਧੀਆ ਜ਼ਿੰਦਗੀ ਜਿਉਣੀ ਹੈ। ਜੇ ਆਪਦੇ ਗੁਰੂ ਨੂੰ ਮਿਲੋ, ਹਮੇਸ਼ਾ ਨੀਵੇਂ ਹੋ ਕੇ ਮਿਲੋ। ਪਰਿਵਾਰ ਵਿੱਚ ਰਹੋ, ਸਦਾ ਹੀ ਨਿਮਰਤਾ ਨਾਲ ਰਹੋ। ਜਿਹੜੇ ਮਸਲੇ ਨਿਮਰਤਾ ਨਾਲ ਹੱਲ ਹੋਏ ਅੱਜ ਤੱਕ, ਉਹ ਕਦੇ ਵੀ ਆਕੜਾਂ ਨਾਲ ਨਹੀਂ ਹੱਲ ਹੋਏ। ਇਸ ਕਰਕੇ ਗੁਰੂ ਮਹਾਰਾਜ ਜੀ ਸਾਨੂੰ ਵਾਰ-ਵਾਰ ਇਹੀ ਸਿੱਖਿਆ ਦਿੰਦੇ ਆ, ਆਪਾਂ ਇਹਨੂੰ ਪੱਲੇ ਬੰਨਣਾ ਹੈ। ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ। ਕਹਿ ਕਬੀਰ ਗੁਰ ਭਲੀ ਬੁਝਾਈ, ਕੀਟੀ ਹੋਏ ਕਹਿ ਖਾਏ। ਹੇ ਇਨਸਾਨ, ਭਾਈ ਨੰਦ ਲਾਲ ਜੀ ਦਾ ਬਚਨ ਵਾਰ-ਵਾਰ ਮੁੜ-ਮੁੜ ਯਾਦ ਆਉਂਦਾ। ਸਾਡੀ ਮਹਿਫਲ ਦੇ ਵਿੱਚ ਪ੍ਰੀਤਮ ਤੋਂ ਬਿਨਾਂ ਕੋਈ ਬਾਤ ਨਹੀਂ ਹੁੰਦੀ। ਪ੍ਰੀਤਮ ਤੋਂ ਬਿਨਾਂ, ਗੁਰੂ ਗੋਬਿੰਦ ਸਿੰਘ ਜੀ ਦੀਆਂ ਗੱਲਾਂ ਤੋਂ ਬਿਨਾਂ ਹੋਰ ਕੋਈ ਗੱਲ ਨਹੀਂ ਹੁੰਦੀ ਸਾਡੀ ਮਹਿਫਲ ਦੇ ਵਿੱਚ। ਹੇ ਬੰਦਿਆ, ਜੇਕਰ ਤੈਨੂੰ ਰੱਬ ਦਾ ਸ਼ੌਂਕ ਪੈਦਾ ਹੋ ਜੇ, ਇਹ ਸ਼ੌਂਕ ਸਾਰੇ ਸ਼ੌਂਕ ਤੋਂ ਚੰਗਾ ਹੈ। ਤੂੰ ਦਿਲ ਦਾ ਸਾਹਿਬ ਬਣ ਜਾਏਗਾ। ਤੇਰਾ ਦਿਲ ਬਹੁਤ ਅਮੀਰ ਹੋ ਜਾਏਗਾ ਜੇ ਤੂੰ ਉਹਨੂੰ ਯਾਦ ਕਰੇਗਾ। ਜੇ ਤੂੰ ਉਹਨੂੰ ਭੁੱਲ ਜਾਏਗਾ, ਕਹਿ ਦੀ ਇਹ ਨਰਕ ਆ। ਜਿਸ ਦਿਨ ਉਹਦੀ ਯਾਦ ਆ ਜੇ, ਕਹਿ ਦੀ ਅੱਜ ਸਵਰਗ ਆ। ਨਰਕ ਸਵਰਗ ਕੁਝ ਨਹੀਂ ਹੋਰ, ਉਹਨੂੰ ਭੁੱਲਣਾ ਹੀ ਨਰਕ ਆ, ਉਹਨੂੰ ਯਾਦ ਰੱਖਣਾ ਹੀ ਸਵਰਗ ਆ। ਅੱਜ ਦੇ ਦੀਵਾਨ 'ਚ ਇਤਨਾ ਹੀ।
ਗੁਰੂ ਸਾਹਿਬ ਕਿਰਪਾ ਕਰਨ, ਕੀਤੀ ਵਿਚਾਰ ਹਿਰਦਿਆਂ 'ਚ ਵਸ ਜਾਵੇ। ਸ਼ਬਦਾਂ ਦੀ ਕਮਾਈ ਕਰਕੇ ਉੱਚੇ ਸੁੱਚੇ ਜੀਵਨ ਵਾਲੇ ਬਣੀਏ, ਵੱਡਿਆਂ ਦਾ ਸਤਿਕਾਰ ਕਰੀਏ, ਆਪਣੇ ਤੋਂ ਛੋਟਿਆਂ ਨਾਲ ਪਿਆਰ ਕਰੀਏ। ਵਾਹਿਗੁਰੂ ਸਿਮਰਨ ਇਹੋ ਜਿਹਾ ਖੰਭ ਆ ਜਿਹੜਾ ਉਡਾ ਕੇ ਤੁਹਾਨੂੰ ਗੁਣਾਂ ਦੇ ਨੇੜੇ ਲੈ ਜਾਏਗਾ। ਐਸੇ ਸਿਮਰਨ ਨਾਲ ਪਿਆਰ ਕਰੀਏ। ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।